ਹੈਲੋ एवरीवन ਵੈਲਕਮ ਟੂ ਮਾਈ ਚੈਨਲ ਜੀ ਰਾਮਪਾਲ। ਅੱਜ ਦੀ ਵੀਡੀਓ ਵਿੱਚ ਅਸੀਂ 9th ਕਲਾਸ ਦੀ ਸਪਲੀਮੈਂਟਰੀ ਰੀਡਰ ਬੁੱਕ ਵਿੱਚੋਂ ਦ ਮੈਜਿਕ ਵਾਇਲਨ ਇਹ ਚੈਪਟਰ ਕਰਾਂਗੇ। ਸੋ ਮੈਜਿਕ ਜਾਦੂਈ ਵਾਇਲਨ ਇਸ ਤਰ੍ਹਾਂ ਦੀ ਸਾਰੰਗੀ। ਸੋ ਜਾਦੂਈ ਸਾਰੰਗੀ। ਸੋ ਇਹਦੇ ਵਿੱਚ ਡਿਫਿਕਲਟ ਵਰਡਸ ਜਿਹੜੇ ਹਨ ਉਹ ਤੁਸੀਂ ਜ਼ਰੂਰ ਨੋਟ ਕਰਿਆ ਕਰੋ। द मैजिक वायलिन डॉक्टर आनंद मलिक। सो ਇਹਦਾ राइटर है डॉक्टर आनंद मलिक। ये भी लर्न कर लेना। एन ऑर्फन लिव्ड इन सिसली इटली। ऑर्फन की ਹੁੰਦਾ है अनाथ। एक अनाथ ਰਹਿੰਦਾ ਸੀ। लिव मीनस रहना। सिसली इटली ਵਿੱਚ सिसली जगह ਦਾ ਨਾਂ है इटली ਦੇ ਵਿੱਚ। ਉੱਥੇ ਇੱਕ ਅਨਾਥ ਰਹਿੰਦਾ ਸੀ। ही went around looking for work। ਸੋ ਉਹ ਕੰਮ ਦੀ ਭਾਲ ਵਿੱਚ ਲੁੱਕ ਫੋਰ ਹੁੰਦਾ ਲੱਭਣਾ। ਸੋ ਕੰਮ ਲੱਭਣ ਲਈ ਉਹ ਇੱਧਰ ਉੱਧਰ ਗਿਆ। ਹੀ ਮੈਟ ਅ ਫਾਰਮਰ। ਮੀਟ ਮੈਟ ਮਿਲਣਾ। ਸੋ ਉਹ ਇੱਕ ਕਿਸਾਨ ਨੂੰ ਮਿਲਿਆ। ਹੂ ਇੱਥੇ ਹੂ ਦਾ ਮਤਲਬ ਜਿਹੜਾ। ਹੂ ਗੇਵ ਹਿਮ ਜਿਹਨੇ ਉਸ ਨੂੰ ਦਿੱਤਾ ਦ ਜੋਬ ਆਫ ਟੇਕਿੰਗ ਹਿਸ ਗੋਟਸ ਟੂ ਗ੍ਰੇਜ਼ ਔਨ ਦ ਹਿਲਸ। ਜਿਸ ਨੇ ਉਸ ਨੂੰ ਆਪਣੇ ਜੋਬ ਕਿਹੜੀ ਦਿੱਤੀ ਲਿਜਾਣ ਵਾਸਤੇ। ਹਿਸ ਗੋਟਸ ਆਪਣੀਆਂ ਬੱਕਰੀਆਂ ਲਿਜਾਣ ਵਾਸਤੇ ਚਰਾਉਣ ਲਈ ਔਨ ਦਾ ਹਿਲਸ ਪਹਾੜੀਆਂ 'ਤੇ। ਸੋ ਉਹਨੇ ਪਹਾੜੀਆਂ 'ਤੇ ਚਰਾਉਣ ਲਈ ਬੱਕਰੀਆਂ ਲਿਜਾਣ ਲਈ ਉਸ ਨੂੰ ਜੋਬ ਦਿੱਤੀ। ਡਿਡ ਦਾ ਬॉय ਗੈਟ ਪੇਡ ਫॉर ਦਾ ਵਰਕ। ਹੀ ਡਿਡ ਕੀ ਮੁੰਡੇ ਨੂੰ ਜਿਹੜਾ ਮਿਹਨਤਾਨਾ ਮਿਲਿਆ ਗੈਟ ਪੇਡ ਪੈਸਾ ਮਿਲਣਾ। ਕੀ ਉਸ ਨੂੰ ਪੈਸਾ ਮਿਲਿਆ ਉਸ ਕੰਮ ਦਾ ਜਿਹੜਾ ਹੀ ਡਿਡ ਜਿਹੜਾ ਉਸਨੇ ਕੀਤਾ ਸੀ। ਵਟ ਹੈਪਨਡ ਕੀ ਵਾਪਰਿਆ ਵੈਨ ਹੀ ਵਾਂਟਡ ਟੂ ਲੀਵ ਦਾ ਜੋਬ ਜਦੋਂ ਉਹ ਇੱਥੇ ਵੈਨ ਦਾ ਮਤਲਬ ਜਦੋਂ ਛੱਡਣਾ ਚਾਹੁੰਦਾ ਸੀ। ਵਾਂਟ ਮੀਨਸ ਚਾਹੁੰਣਾ। ਸੋ ਵਾਂਟਡ ਛੱਡਣਾ ਚਾਹੁੰਦਾ ਸੀ ਦਾ ਜੋਬ ਜਦੋਂ ਉਹ ਜੋਬ ਛੱਡਣਾ ਚਾਹੁੰਦਾ ਸੀ ਤਾਂ ਕੀ ਉਸ ਨੂੰ ਪੈਸਾ ਮਿਲਿਆ। ਲੈਟਸ ਸੀ। ਇਨ ਸਿਸਲੀ ਦੇ ਵਿੱਚ ਦੇਅਰ ਵੰਸ ਲਿਵਡ ਅ ਬॉय ਇੱਕ ਵਾਰੀ ਇੱਕ ਮੁੰਡਾ ਰਹਿੰਦਾ ਸੀ। ਹੂ ਵਾਜ਼ ਆਲਵੇਜ਼ ਹੈਪੀ ਜਿਹੜਾ ਹਮੇਸ਼ਾ ਹੀ ਖੁਸ਼ ਰਹਿੰਦਾ ਸੀ। ਆਲਦੋ ਭਾਵੇਂ ਕਿ ਹੀ ਵਾਜ਼ ਵੈਰੀ ਪੂਅਰ ਭਾਵੇਂ ਉਹ ਬਹੁਤ ਗਰੀਬ ਸੀ। ਹਿਜ਼ ਪੈਰੈਂਟਸ ਡਾਈਡ ਉਹਦੇ ਮਾਪੇ ਮਰ ਗਏ ਸਨ। ਵੈਨ ਜਦੋਂ ਹੀ ਵਾਜ਼ ਯੰਗ ਜਦੋਂ ਉਹ ਅਜੇ ਛੋਟੀ ਉਮਰ ਸੀ। ਸੋ ਹੀ ਸੈਟ ਆਊਟ ਮੀਨਸ ਨਿਕਲ ਤੁਰਨਾ। ਸੋ ਇਹ ਬਾਈ ਹਿਮਸੈਲਫ ਇਕੱਲਾ ਹੀ। ਸੋ ਆਪ ਹੀ ਉਹ ਨਿਕਲ ਤੁਰਿਆ ਟੂ ਸੀਕ ਹਿਜ਼ ਫੋਰਚੂਨ ਆਪਣੀ ਕਿਸਮਤ ਦੀ ਭਾਲ ਵਿੱਚ। ਹੀ ਲਾਫਡ ਮੈਰੀਲੀ ਉਹ ਹੱਸਦਾ ਹੁੰਦਾ ਸੀ। ਖੁਸ਼ੀ ਉਹ ਹੱਸਦਾ ਸੀ। ਐਟ ਐਵਰੀਥਿੰਗ ਹਰ ਗੱਲ 'ਤੇ। ਐਂਡ ਆਲ ਥਰੂ ਹਿਜ਼ ਟਰਬਲਸ ਅਤੇ ਸਾਰੀਆਂ ਮੁਸ਼ਕਿਲਾਂ ਦੇ ਵਿੱਚ। ਹੀ ਵਾਜ਼ ਵੈਰੀ ਚੀਅਰਫੁਲ ਐਂਡ ਹੈਪੀ ਉਹ ਬੜਾ ਖੁਸ਼ ਸੀ ਅਤੇ ਆਨੰਦਮਈ ਜੀਵਨ ਬਤੀਤ ਕਰਦਾ ਸੀ। ਹੀ ਵੈਂਟ ਅਬਾਊਟ ਦ ਕੰਟਰੀ ਲੁਕਿੰਗ ਫॉर ਵਰਕ। ਸੋ ਇੱਧਰ ਉੱਧਰ ਦੇਸ਼ ਦੇ ਵਿੱਚ ਜਾਂਦਾ ਸੀਗਾ ਕੰਮ ਲੱਭਣ ਲਈ। ਐਂਡ ਐਟ ਲਾਸਟ ਅਤੇ ਅਖੀਰ ਵਨ ਡੇ ਹੀ ਕੇਮ ਟੂ ਅ ਫਾਰਮ ਹਾਊਸ ਅਤੇ ਅਖੀਰ ਉਹ ਇੱਕ ਫਾਰਮ ਹਾਊਸ 'ਤੇ ਗਿਆ। ਹੀ ਨੌਕਡ ਆਊਟ ਹੁੰਦਾ ਹੈ ਖੜਕਾਉਣਾ। ਦ ਡੋਰ ਉਹਨੇ ਬੂਹਾ ਖੜਕਾਇਆ। ਐਂਡ ਦਾ ਫਾਰਮਰ ਕੇਮ ਆਊਟ ਅਤੇ ਫਾਰਮਰ ਬਾਹਰ ਆ ਗਿਆ। ਵਾਟ ਡਿਡ ਯੂ ਵਾਂਟ ਦ ਫਾਰਮਰ ਆਸਕਡ ਐਂਗਰੀਲੀ ਗੁੱਸੇ ਨਾਲ। ਸੋ ਗੁੱਸੇ ਨਾਲ ਫਾਰਮਰ ਨੇ ਪੁੱਛਿਆ ਵਾਟ ਡੂ ਯੂ ਵਾਂਟ ਤੁਸੀਂ ਕੀ ਚਾਹੁੰਦੇ ਹੋ। ਹੀ ਵਾਜ਼ ਅ ਮੀਨ ਪਰਸਨ ਜਿਹੜਾ ਫਾਰਮਰ ਸੀ ਉਹ ਕਮੀਨਾ ਬੰਦਾ ਸੀ। ਐਂਡ ਮਾਈਜ਼ਰ ਹੁੰਦਾ ਕੰਜੂਸ ਜਿਹੜਾ ਪੈਸੇ ਨਹੀਂ ਖਰਚਦਾ। ਉਹ ਮਾਈਜ਼ਰ ਅਤੇ ਕਮੀਨਾ ਬੰਦਾ ਸੀ। ਥਾਟ ਉਸਨੇ ਸੋਚਿਆ ਦੈਟ ਦ ਬॉय ਮਸਟ ਬੀ ਅ ਬੈਗਰ ਕਿ ਮੁੰਡਾ ਜਿਹੜਾ ਉਹ ਭਿਖਾਰੀ ਹੋਣਾ ਹੈ। ਆਈ ਵਾਂਟ ਵਰਕ ਸੈਡ ਦ ਬॉय ਸਮਾਈਲਿੰਗ ਮੁੰਡੇ ਨੇ ਸਮਾਈਲ ਕਰਦਿਆਂ ਕਿਹਾ ਆਈ ਵਾਂਟ ਵਰਕ ਮੈਨੂੰ ਕੰਮ ਚਾਹੀਦਾ ਹੈ। ਐਂਡ ਐਨੀ ਕਾਈਂਡ ਆਫ ਵਰਕ ਅਤੇ ਕਿਸੇ ਵੀ ਤਰ੍ਹਾਂ ਦਾ ਕੰਮ। ਆਈ ਸੀ ਸੈਡ ਦ ਮਾਈਜ਼ਰ ਲੈਸ ਐਂਗਰੀਲੀ ਸੋ ਘੱਟ ਗੁੱਸੇ ਦੇ ਵਿੱਚ ਮਾਈਜ਼ਰ ਨੇ ਕਿਹਾ ਮੈਂ ਵੇਖਣਾ। ਐਂਡ ਹੀ ਸੌ ਅ ਵੇ ਆਫ ਗੈਟਿੰਗ ਸਮਥਿੰਗ ਫॉर ਨਥਿੰਗ ਅਤੇ ਉਹ ਤਰੀਕਾ ਵੇਖਣ ਲੱਗਾ। ਵੇਖਣਾ ਸੀਨ ਸੋ ਵੇਖਣ ਲੱਗਾ ਲੱਭਣ ਲੱਗਾ ਕਿ ਬਿਨਾਂ ਪੈਸੇ ਦਿੱਤੇ ਨਥਿੰਗ ਕੁਝ ਨਾ ਦਿੱਤੇ ਕੁਝ ਕੰਮ ਕਰਾਉਣ ਦਾ। ਵੈਲ ਯੂ ਕੈਨ ਕਮ ਐਂਡ ਲੁੱਕ ਆਫਟਰ ਮਾਈ ਗੋਟਸ ਤੁਸੀਂ ਆ ਸਕਦੇ ਹੋ ਅਤੇ ਲੁੱਕ ਆਫਟਰ ਕਰ ਸਕਦੇ ਹੋ ਦੇਖਭਾਲ ਕਰ ਸਕਦੇ ਹੋ ਮੇਰੀਆਂ ਬੱਕਰੀਆਂ ਦੀ।
ਸੋ ਦ ਬॉय ਵੈਂਟ ਟੂ ਲਿਵ ਇਨ ਦ ਫਾਰਮ ਹਾਊਸ। ਸੋ ਮੁੰਡਾ ਜਿਹੜਾ ਫਾਰਮ ਹਾਊਸ 'ਤੇ ਰਹਿਣ ਲਈ ਚਲਾ ਗਿਆ। ਐਂਡ ਐਵਰੀ ਡੇ ਹੀ ਟੁੱਕ ਦ ਗੋਟਸ ਟੂ ਦ ਹਿਲਸ ਟੂ ਗ੍ਰੇਸ। ਅਤੇ ਹਰ ਰੋਜ਼ ਉਹ ਬੱਕਰੀਆਂ ਨੂੰ ਪਹਾੜੀਆਂ 'ਤੇ ਚਰਾਉਣ ਲਈ ਲੈ ਜਾਂਦਾ। ਐਟ ਦ ਐਂਡ ਆਫ 3 years 3 ਸਾਲਾਂ ਦੇ ਅੰਤ 'ਚ ਦ ਬॉय ਵਾਂਟਡ ਅ ਚੇਂਜ ਆਫ ਵਰਕ। ਸੋ ਮੁੰਡਾ ਆਪਣਾ ਕੰਮ ਬਦਲਣਾ ਚਾਹੁੰਦਾ ਸੀ। ਬਿਕਾਜ਼ ਹੀ ਫੈਲਟ ਲੋਨਲੀ ਕਿਉਂਕਿ ਉਹ ਇਕੱਲਾ ਮਹਿਸੂਸ ਕਰਨ ਲੱਗ ਗਿਆ ਸੀਗਾ ਇਨ ਦ ਹਿਲਸ ਪਹਾੜੀਆਂ ਦੇ ਵਿੱਚ। ਵੈਨ ਹੀ ਕੇਮ ਹੋਮ ਐਟ ਨਾਈਟ ਜਦੋਂ ਘਰ ਰਾਤ ਨੂੰ ਆਉਂਦਾ ਹੀ ਨੈਵਰ saw anyone to talk to but the old farmer। ਉਹਦੇ ਨਾਲ ਗੱਲਬਾਤ ਕਰਨ ਵਾਲਾ ਕੋਈ ਨਾ ਹੁੰਦਾ, ਸਿਰਫ ਇੱਕ ਬੁੱਢਾ ਕਿਸਾਨ ਤੋਂ ਇਲਾਵਾ। ਵਨ ਈਵਨਿੰਗ ਹੀ ਟੋਲਡ ਹਿਜ਼ ਮਾਸਟਰ। ਇੱਕ ਦਿਨ ਉਸਨੇ ਆਪਣੇ ਮਾਸਟਰ ਮਾਲਕ ਨੂੰ ਦੱਸਿਆ ਦੈਟ ਕਿ ਹੀ ਵਾਂਟਡ ਟੂ ਲੀਵ ਹਿਮ ਕਿ ਉਹ ਉਹਨੂੰ ਛੱਡਣਾ ਚਾਹੁੰਦਾ ਹੈ। ਹੀ ਆਸਕਡ ਫॉर ਹਿਜ਼ ਵੇਜਸ। ਉਹਨੇ ਆਪਣੀਆਂ ਵੇਜਸ ਬਾਰੇ ਉਹਨੂੰ ਪੁੱਛਿਆ, ਤਨਖਾਹ ਬਾਰੇ ਪੁੱਛਿਆ। ਦੈਟ ਹੀ ਹੈਡ ਅਰਨਡ ਜਿਹੜੀ ਉਸਨੇ ਕਮਾਈ ਕੀਤੀ ਸੀ ਡਿਊਰਿੰਗ ਦ 3 years ਔਨ ਦ ਫਾਰਮ। ਸੋ ਫਾਰਮ ਦੇ ਉੱਤੇ 3 ਸਾਲ ਦੀ ਜਿਹੜੀ ਉਹਨੇ ਕਮਾਈ ਕੀਤੀ ਸੀ ਉਹਦੇ ਬਾਰੇ ਪੁੱਛਿਆ। ਵੇਜਸ ਕਹਿੰਦਾ ਤਨਖਾਹ। ਕਰਾਈਡ ਦ ਫਾਰਮਰ ਐਂਗਰੀਲੀ। ਸੋ ਫਾਰਮਰ ਐਂਗਰੀਲੀ ਗੁੱਸੇ ਨਾਲ ਚਿল্ਲਾਉਂਦਾ ਕਿ ਤਨਖਾਹ wages। I never said anything about the wages when I gave you work। ਮੈਂ ਕਹਿੰਦਾ ਕੋਈ ਵੀ ਤੈਨੂੰ ਗੱਲ ਨਹੀਂ ਸੀ ਕਹੀ ਜਦੋਂ I gave you work ਜਦੋਂ ਮੈਂ ਤੈਨੂੰ ਕੰਮ ਦਿੱਤਾ ਸੀ। That is so answered the boy। boy ਨੇ ਉੱਤਰ ਦਿੱਤਾ ਇਹ ਗੱਲ ਹੈ that is so but no one ever works for nothing। ਪਰੰਤੂ ਕਿਸੇ ਪੈਸੇ ਤੋਂ ਬਿਨਾਂ ਕਹਿੰਦੇ ਕੋਈ ਵੀ ਨਹੀਂ ਕੰਮ ਕਰਦਾ। I didn't settle the wages then। ਮੈਂ ਆਪਣੀਆਂ ਵੇਜਸ ਦੀ ਗੱਲ ਤਨਖਾਹ ਦੀ ਗੱਲ ਉਦੋਂ ਨਹੀਂ ਮੁਕਾਈ। ਬਿਕੋਜ਼ ਆਈ ਥੋਟ ਮੈਂ ਸੋਚਿਆ ਸੀ ਯੂ ਆਰ ਅ ਜਸਟ ਮੈਨ ਕਿ ਤੁਸੀਂ ਇੱਕ ਜਸਟ ਮੈਨ ਹੋ, ਨਿਆਂਪੂਰਨ ਬੰਦੇ ਹੋ। ਐਂਡ ਆਈ ਐਮ ਅ ਜਸਟ ਮੈਨ ਰੋਡ ਦ ਫਾਰਮਰ। ਸੋ ਗਰਜਣਾ ਹੁੰਦਾ ਜਿਵੇਂ ਲਾਇਨ ਗਰਜਦਾ ਉਸ ਤਰ੍ਹਾਂ ਫਾਰਮਰ ਗਰਜਿਆ। ਯੈਸ ਆਈ ਐਮ ਅ ਜਸਟ ਮੈਨ। ਹਾਂ ਕਹਿੰਦਾ ਮੈਂ ਹੈਗਾ ਹੀ ਜਸਟ ਮੈਨ ਹੈਗਾ। No one has ever told me that I was not। ਕਿਸੇ ਨੇ ਮੈਨੂੰ ਕਦੇ ਨਹੀਂ ਕਿਹਾ ਕਿ ਮੈਂ ਨਹੀਂ ਹਾਂ। that before ਇਸ ਤੋਂ ਪਹਿਲੋਂ। you shall see ਤੁਸੀਂ ਵੇਖੋਗੇ। I'll pay you wages ਮੈਂ ਤੈਨੂੰ ਮਿਹਨਤਾਨਾ ਦੇਵਾਂਗਾ। even though I don't owe you any ਭਾਵੇਂ ਕਿ ਮੇਰੇ ਵੱਲੇ ਤੇਰਾ ਕੋਈ ਬਕਾਇਆ ਨਹੀਂ ਹੈਗਾ ਪਰ ਮੈਂ ਫਿਰ ਵੀ ਤੈਨੂੰ wages ਦੇਵਾਂਗਾ। then he gave the boy 3 copper coins for 3-year work। 3 years work ਵਾਸਤੇ ਉਸਨੂੰ 3 ਤਾਂਬੇ ਦੇ ਸਿੱਕੇ ਦਿੰਦਾ ਹੈ। The boy looked at them and laughed। ਮੁੰਡਾ ਉਹਦੇ ਵੱਲ ਵੇਖਦਾ ਹੈ ਉਹਨਾਂ ਵੱਲ ਤੇ ਹੱਸਦਾ ਹੈ। and put the coins in his pocket ਤੇ ਆਪਣੇ put means ਪਾ ਲੈਣਾ ਤੇ ਆਪਣੇ coins ਜਿਹੜੇ ਆ ਉਹ ਸਿੱਕੇ ਜਿਹੜੇ ਉਹ ਆਪਣੇ ਜੇਬ 'ਚ ਪਾ ਲੈਂਦਾ ਹੈ। took his shabby hat ਉਸ ਦਾ ਆਪਣਾ ਜਿਹੜਾ ਗੰਦਾ ਜਿਹਾ ਹੈਟ ਹੈ ਟੋਪ ਹੈ ਉਹ ਪਾ ਲੈਂਦਾ ਹੈ, ਲੈ ਲੈਂਦਾ ਹੈ ਟੇਕਣ ਲੈਣਾ। and went off whistling ਅਤੇ ਚਲਾ ਜਾਂਦਾ ਸੀਟੀਆਂ ਵਜਾਉਂਦਾ। the night he slept under a haystack। haystack ਪਰਾਲੀ ਦਾ ਢੇਰ। ਉਸ ਰਾਤ ਜਿਹੜਾ ਉਹ ਇੱਕ ਪਰਾਲੀ ਦੇ ਢੇਰ 'ਤੇ ਸੁੱਤਾ। and in the morning ਅਤੇ ਸਵੇਰ ਵੇਲੇ when he woke up ਜਦੋਂ ਉਹ ਜਾਗਿਆ he saw an old beggar in front of him। ਉਸਨੇ ਆਪਣੇ ਸਾਹਮਣੇ ਇੱਕ ਬੁੱਢਾ ਭਿਖਾਰੀ ਵੇਖਿਆ। the boy smiled and said ਮੁੰਡਾ ਹੱਸਿਆ ਤੇ ਕਹਿਣ ਲੱਗਾ good morning my friend you are out of bed early। ਕਹਿੰਦੇ good morning ਮੇਰੇ ਦੋਸਤ you are out of bed early ਕਿ ਛੇਤੀ ਉੱਠ ਗਿਆ ਅੱਜ। I am replied the beggar ਨੇ ਉੱਤਰ ਦਿੱਤਾ yes I am ਹਾਂ ਬਈ ਉੱਠ ਗਿਆ। I was so hungry that I couldn't have slept even if I had a bed of feathers to lie on। ਕਹਿੰਦਾ ਕਿ I am hungry ਮੈਂ ਇੰਨਾ ਹੀ ਭੁੱਖਾ ਸੀ ਕਿ ਮੈਂ ਰਾਤ ਨੂੰ ਸੌਂ ਹੀ ਨਹੀਂ ਸਕਿਆ। I couldn't sleep even ਭਾਵੇਂ ਕਿ ਮੇਰੇ ਕੋਲ I had a bed of feathers to lie on ਲੰਮੇ ਪੈਣ ਲਈ ਸੌਣ ਲਈ। ਕਹਿੰਦਾ ਕਿ ਭਾਵੇਂ ਮੇਰੇ ਕੋਲੇ ਖੰਭਾਂ ਦਾ ਬੈੱਡ ਸੀਗਾ ਸੌਣ ਲਈ ਪਰ ਮੈਂ ਸੌਂ ਨਹੀਂ ਸਕਿਆ ਕਿਉਂਕਿ I was so hungry। can you spare me a copper coin or two। ਕਹਿੰਦੇ ਕੀ ਤੁਸੀਂ ਮੈਨੂੰ ਦੇ ਸਕਦੇ ਹੋ। ਇੱਥੇ spare ਦਾ ਮਤਲਬ ਦੇਣਾ। ਕੀ ਤੁਸੀਂ ਮੈਨੂੰ ਦੇ ਸਕਦੇ ਹੋ 2 copper coin। I am so hungry
मैं बहुत भुखा हाँ। The boy put his hand into his pocket and took out 3 copper coins that were his wages for the 3 years. So boy ਨੇ ਆਪਣੇ ਜੇਬ 'ਚ ਹੱਥ ਪਾਇਆ ਅਤੇ ਬਾਹਰ ਕੱਢ ਲਏ 3 copper coins ਜਿਹੜੇ ਉਹਦੀ 3 ਸਾਲਾਂ ਦੀ ਸੈਲਰੀ ਸੀ। Take these, ਆ ਲਓ, he said cheerfully. So ਉਸਨੇ ਖੁਸ਼ੀ ਇਹ ਗੱਲ ਕਹੀ ਵੀ ਆ ਲਓ ਬਈ, take these. It took me a long time to earn them. ਮੈਨੂੰ ਬੜਾ ਲੰਮਾ ਸਮਾਂ ਲੱਗਾ to earn them, ਇਹਨਾਂ ਨੂੰ ਕਮਾਉਣ ਲਈ, but I can go back to the goats again and earn some more. ਕਹਿੰਦਾ ਮੈਂ ਫਿਰ ਵੀ ਜਿਹੜਾ ਉਹ go back ਵਾਪਸ ਜਾ ਸਕਦਾ ਹਾਂ ਬੱਕਰੀਆਂ ਕੋਲ ਅਗੇਨ ਦੁਬਾਰਾ and earn some more, ਤੇ ਹੋਰ ਵੀ ਕੁਝ ਕਮਾ ਸਕਦਾ ਹਾਂ। As the beggar took the 3 copper coins, his rags, ਉਸ ਦੇ ਪਾਟੇ ਜਿਹੜੇ ਕੱਪੜੇ ਸੀ ਲੀਰਾਂ, fell from his body, ਸੋ ਉਸ ਦੀ ਬੋਡੀ ਤੋਂ ਡਿੱਗੀਆਂ। ਐਜ਼ ਜਿਉਂ ਹੀ ਬੈਗਰ ਨੇ ਇੱਥੇ ਐਜ਼ ਦਾ ਮੀਨਸ ਜਿਉਂ ਹੀ ਭਿਖਾਰੀ ਨੇ 3 copper coins ਲਏ, ਉਸ ਦੀਆਂ ਲੀਰਾਂ ਜਿਹੜੀਆਂ ਉਹ fell from his body, ਉਸ ਦੀ ਬੋਡੀ ਤੋਂ ਲੀਰਾਂ ਡਿੱਗਣੀਆਂ ਸ਼ੁਰੂ ਹੋਈਆਂ। ਐਂਡ ਇਨ देयर ਪਲੇਸ, ਤੇ ਉਹਦੀ ਥਾਂ ਤੇ appeared a black violet clock with silver work on it, ਤੇ ਇੱਕ ਉਹਦੇ ਵਿੱਚੋਂ ਇੱਕ ਕਾਲਾ ਵੈਲਵਟ ਰੰਗ ਦਾ ਚੋਲਾ ਨਿਕਲਿਆ with silver work on it, ਜਿਹਦੇ ਉੱਤੇ ਸਿਲਵਰ ਵਰਕ ਚਾਂਦੀ ਦਾ ਕੰਮ ਹੋਇਆ ਹੋਇਆ ਸੀ। You are a good lad, ਤੂੰ ਚੰਗਾ ਮੁੰਡਾ ਹੈ। I see, ਮੈਂ ਵੇਖਿਆ ਤੂੰ ਇੱਕ ਚੰਗਾ ਮੁੰਡਾ ਹੈ। said the old man ਨੇ ਕਿਹਾ। I am not a beggar, ਮੈਂ ਬੈਗਰ ਨਹੀਂ ਹਾਂ। I am an angel, ਮੈਂ ਇੱਕ ਐਂਜਲ ਹਾਂ, ਦੇਵਤਾ ਹਾਂ। I can grant you 2 wishes, ਮੈਂ ਤੇਰੀਆਂ 2 ਵਿਸ਼ੇਸ ਪੂਰੀਆਂ ਕਰ ਸਕਦਾ ਹਾਂ। What do you want, ਤੂੰ ਕੀ ਚਾਹੁੰਦਾ ਹੈ? I can grant gift to those who deserve them, ਮੈਂ ਉਹਨਾਂ ਨੂੰ ਗਿਫਟ ਗ੍ਰਾਂਟ ਕਰ ਸਕਦਾ, ਦੇ ਸਕਦਾ ਹਾਂ। those who, ਉਹ ਜਿਹੜੇ ਡਿਜ਼ਰਵ ਕਰਦੇ, ਜਿਨ੍ਹਾਂ ਦਾ ਇੱਥੇ ਅਧਿਕਾਰ ਹੋਵੇ। The boy thought for a moment and said, ਮੁੰਡੇ ਨੇ ਥੋੜ੍ਹੀ ਦੇਰ ਸੋਚਿਆ, ਪਲਕ ਲਈ ਸੋਚਿਆ ਤੇ ਕਿਹਾ, I would like to have a violin which plays music to make all men dance and a gun that will always hit the things at which I aim. So ਕਹਿੰਦਾ ਕਿ I would like to have ਇੱਥੇ ਟੇਕ ਦਾ ਹੀ ਰੂਪ ਹੈ ਕਿ ਮੈਂ ਇੱਕ ਵਾਇਲਨ ਲੈਣੀ ਚਾਹੁੰਦਾ ਹਾਂ which plays music, ਜਿੱਥੇ ਮਿਊਜ਼ਿਕ ਪਲੇ ਹੁੰਦਾ ਹੋਵੇ, to make all men dance, ਕਿ ਸਾਰਿਆਂ ਬੰਦਿਆਂ ਨੂੰ ਮੈਂ ਨਚਾ ਸਕਾਂ। ਐਂਡ ਗਨ, ਅਤੇ ਇੱਕ ਬੰਦੂਕ that will always hit, ਜਿਹੜੀ ਹਮੇਸ਼ਾ ਹਿੱਟ ਕਰਦੀ ਹੈ, ਨਿਸ਼ਾਨਾ ਬੰਨ੍ਹਦੀ ਹੈ। at which I aim, ਜਿੱਥੇ ਮੈਂ ਨਿਸ਼ਾਨਾ ਬੰਨਾਂ ਉਹਦੇ ਉੱਤੇ ਜਾ ਕੇ ਹਿੱਟ ਹੁੰਦੀ ਹੈ, ਟਾਰਗੇਟ ਨੂੰ ਹਿੱਟ ਕਰਦੀ ਹੈ ਜਿਹੜੀ। The old man smiled, ਬੁੱਢਾ ਆਦਮੀ ਹੱਸਿਆ। at once, ਉਸੇ ਵੇਲੇ from beneath his cloak, he brought out, brought ਲਿਆਉਣਾ, ਸੋ ਉਸਨੇ ਹੇਠਾਂ ਤੋਂ ਆਪਣੇ ਕਲੌਕ ਦੇ ਹੇਠਾਂ ਤੋਂ ਚੋਲਾ ਜਿਹੜਾ ਉਹਨੇ ਪਾਇਆ ਹੋਇਆ ਸੀ ਉਹਦੇ ਹੇਠਾਂ ਤੋਂ ਉਸਨੇ ਲਿਆਂਦੀ bring out a violin ਲਿਆਂਦੀ and a gun, ਅਤੇ ਇੱਕ ਗਨ ਲੈ ਕੇ ਆਇਆ। he gave them to the boy, ਉਹਨੇ ਉਹ ਮੁੰਡੇ ਨੂੰ ਦੇ ਦਿੱਤਾ। maybe they bring you happiness that you deserve, ਕਹਿੰਦਾ ਕਿ may they bring you happiness, ਉਹਨੇ ਆਸ਼ੀਰਵਾਦ ਦਿੰਦਾ ਕਿ ਇਹ ਤੇਰੀਆਂ ਖੁਸ਼ੀਆਂ ਲੈ ਕੇ ਆਵੇ ਜਿਹੜੀਆਂ ਤੂੰ ਡਿਜ਼ਰਵ ਕਰਦਾ ਹੈ। he said, ਉਸਨੇ ਕਿਹਾ ਅਤੇ disappear ਹੋ ਗਿਆ ਅਤੇ ਗਾਇਬ ਹੋ ਗਿਆ। the boy made his way back towards the farm, ਸੋ ਮੁੰਡਾ ਜਿਹੜਾ ਫਾਰਮ ਵੱਲ ਆ ਗਿਆ ਫਿਰ, where he had worked for 3 long years for the 3 copper coins, ਜਿੱਥੇ ਉਹਨੇ 3 copper coin ਵਾਸਤੇ 3 ਸਾਲ ਕੰਮ ਕੀਤਾ ਸੀ। and just as, ਅਤੇ ਜਿਉਂ ਹੀ he went near the gate ਦੇ ਨੇੜੇ ਗਿਆ, a bird flew up from a field, ਸੋ ਇੱਕ ਫੀਲਡ ਦੇ ਵਿੱਚੋਂ ਇੱਕ ਪੰਛੀ ਉੱਡਿਆ। at once, ਉਸੇ ਵੇਲੇ the boy aimed at it, boy ਨੇ ਉੱਤੇ ਨਿਸ਼ਾਨਾ ਬੰਨਿਆ with his magic gun and of course hit the bird, ਉਹਨੇ ਉਸੇ ਵੇਲੇ ਉੱਤੇ ਨਿਸ਼ਾਨਾ ਬੰਨਿਆ ਤੇ of course ਉਹ ਉੱਤੇ ਹਿੱਟ ਕਰ ਗਿਆ ਬਰਡ ਨੂੰ। as the bird fell, ਜਦੋਂ ਇਹ ਬਰਡ ਡਿੱਗਿਆ, the farmer came out of a house and went to pick it up, ਤੇ ਜਿਉਂ ਹੀ ਨਿਸ਼ਾਨਾ ਉਹਨੇ ਬੰਨਿਆ ਤੇ ਬਰਡ ਡਿੱਗਿਆ ਤੇ ਫਾਰਮਰ ਜਿਹੜਾ ਉਸ ਵੇਲੇ ਘਰੋਂ ਬਾਹਰ ਆਉਂਦਾ ਹੈ ਉਹਨੂੰ ਚੁੱਕਣ ਵਾਸਤੇ, ਟੂ ਪਿਕ ਇਟ ਅਪ, ਇਸ ਨੂੰ ਚੁੱਕਣ ਲਈ। that is mine, he shouted, ਉੱਚੀ ਕਹਿੰਦਾ ਇਹ ਮੇਰਾ ਹੈ। certainly, answered the boy, ਨਿਸ਼ਚਿਤ ਹੀ ਕਹਿੰਦਾ ਤੇਰਾ ਹੀ ਆ, but ਪਰੰਤੂ you may only have it by dancing for it,
ਤੂੰ ਤਾਂ ਹੀ ਲੈ ਸਕਦਾ, ਇਹਦੇ ਵਾਸਤੇ ਡਾਂਸ ਕਰਨਾ ਪਊ ਤੈਨੂੰ। ਆਈ ਵਿਲ ਹੈਵ ਨਨ ਆਫ ਯੋਰ rudeness and you rascal। ਅੱਗੋਂ ਫਿਰ ਸ਼ਾਊਟਡ ਦਾ ਫਾਰਮਰ ਅੱਗੋਂ ਗਾਲ ਕੱਢ ਕੇ ਕਹਿੰਦਾ ਹੈ ਯੂ ਰਾਸਕਲ, ਮੈਂ ਤੇਰਾ ਜਿਹੜਾ ਮਾੜਾ ਵਿਹਾਰ ਆ ਉਹ ਨਹੀਂ ਬਰਦਾਸ਼ਤ ਕਰਾਂਗਾ। ਬਟ ਬਿਫੋਰ ਹੀ ਕੁਡ ਰੀਚ ਦਾ ਬਰਡ, ਜਦੋਂ ਹੀ ਉਹ ਬਰਡ ਦੇ ਨੇੜੇ ਪਹੁੰਚਣ ਲੱਗਦਾ ਹੈ, ਦ ਬॉय ਬਿਗੈਨ ਟੂ ਪਲੇ ਔਨ ਹਿਜ਼ ਵਾਇਲਨ। ਸੋ ਉਹਨੂੰ ਵਜਾਉਣਾ ਸ਼ੁਰੂ ਕਰਨਾ, ਬਿਗੈਨ ਸ਼ੁਰੂ ਕਰਨਾ, ਟੂ ਪਲੇ ਔਨ ਵਾਇਲਨ ਵਜਾਉਣਾ ਸ਼ੁਰੂ ਕਰਨਾ। ਸੋ ਬॉय ਜਿਹੜਾ ਹੈ ਉਹ ਵਾਇਲਨ ਵਜਾਉਣਾ ਸ਼ੁਰੂ ਕਰ ਦਿੰਦਾ ਹੈ। ਦ ਫਾਰਮਰ ਹੈਡ ਟੂ ਪਿਆ, ਸੋ ਫਾਰਮਰ ਨੂੰ ਨੱਚਣਾ ਪਿਆ। ਹੀ ਡਾਂਸਡ ਐਂਡ ਦ ਬॉय ਵੁੱਡ ਨਾਟ ਸਟਾਪ ਪਲੇਇੰਗ। ਉਹ ਨੱਚੀ ਜਾਂਦਾ ਹੈ ਅਤੇ ਜਿਹੜਾ ਮੁੰਡਾ ਹੈ ਉਹ ਵਾਇਲਨ ਵਜਾਉਣਾ ਸਟਾਪ ਨਹੀਂ ਕਰਦਾ। ਸਟਾਪ ਸ਼ਾਊਟਡ ਦ ਟਾਇਰਡ ਫਾਰਮਰ। ਸੋ ਥੱਕਿਆ ਹੋਇਆ ਫਾਰਮਰ ਕਹਿੰਦਾ ਹੈ ਰੁਕ ਜਾਓ। ਸਟਾਪ, ਉਹ ਪਲੀਜ਼ ਸਟਾਪ। I'll give you 1,000 pieces of silver if you only stop। ਕਹਿੰਦਾ ਕਿ ਮੈਂ ਤੈਨੂੰ 1000 ਪੀਸ ਜਿਹੜੇ ਆ ਟੁਕੜੇ ਸਿਲਵਰ ਦੇ ਦਊਂਗਾ, ਚਾਂਦੀ ਦਊਂਗਾ, if you only stop, ਜੇ ਤੂੰ ਕੇਵਲ ਰੋਕ ਹੀ ਜਾਵੇਂ। Let's go and fetch them first, said the boy। ਮੁੰਡਾ ਕਹਿੰਦਾ ਪਹਿਲਾਂ ਲਿਆਈਏ ਇਹ। Let's go, ਆਓ ਚੱਲੀਏ। ਤੇ fetch means ਵੀ ਲਿਆਉਣਾ ਹੁੰਦਾ ਹੈ, ਤੁਹਾਨੂੰ ਇਹਨਾਂ ਨੂੰ ਪਹਿਲਾਂ ਲੈ ਕੇ ਆਈਏ। So he still dancing, ਉਹ ਅਜੇ ਵੀ ਨੱਚੀ ਜਾ ਰਿਹਾ ਸੀ। The farmer went into the house। ਨੱਚਦਾ ਹੋਇਆ farmer, still dancing, ਨੱਚਦਾ ਹੋਇਆ farmer went into his house। ਆਪਣੇ ਘਰੇ ਗਿਆ and took the silver coins from beneath a board in the floor where he had hidden them। ਸੋ ਬॉय ਜਿਹੜਾ farmer ਜਿਹੜਾ ਉਹ ਸਿਲਵਰ ਕੋਇਨ ਲਿਆਉਂਦਾ ਹੈ ਹੇਠਾਂ ਤੋਂ, ਇੱਕ ਬੋਰਡ ਦੇ ਹੇਠਾਂ ਤੋਂ, in the floor ਫਰਸ਼ ਤੇ, where he had hidden them, ਜਿੱਥੇ ਉਹਨੇ ਉਸਨੂੰ ਹਿਡਨ ਲੁਕਾਉਣਾ, ਸੋ ਜਿੱਥੇ ਉਸ ਨੂੰ ਲੁਕਾਏ ਹੋਏ ਸਨ। ਦ ਬॉय ਪਲੇਡ ਔਨ ਐਂਡ ਔਨ। ਮੁੰਡਾ ਜਿਹੜਾ ਉਹ ਵਾਇਲਨ ਨੂੰ ਵਜਾਈ ਹੀ ਗਿਆ, ਔਨ ਐਂਡ ਔਨ, ਅੱਗੇ ਦੀ ਅੱਗੇ। ਇਟ ਵਾਜ਼ ਓਨਲੀ ਵੈਨ, ਇਹ ਉਦੋਂ ਹੀ ਸੀ ਜਦੋਂ ਫਾਰਮਰ ਹੋਲਡ ਆਊਟ ਦਾ 1000 ਪੀਸਿਸ ਆਫ ਸਿਲਵਰ ਟੂ ਦ ਬॉय ਦੈਟ ਹੀ ਸਟਾਪਡ ਪਲੇਇੰਗ ਦਾ ਵਾਇਲਨ। ਸੋ ਜਦੋਂ ਤੱਕ ਉਸਨੇ ਉਸ ਨੂੰ ਪਕੜਾ ਨਹੀਂ ਦਿੱਤੇ 1000 ਜਿਹੜੇ ਪੀਸਿਸ ਆਫ ਸਿਲਵਰ ਸੀਗੇ, ਉਹਨਾਂ ਚਿਰ ਤੱਕ ਫਿਰ ਉਹ ਵਜਾਈ ਗਿਆ। Then he went to his way, ਫਿਰ ਉਹ ਆਪਣੇ ਰਾਹ ਤੁਰ ਪਿਆ। But the farmer ran before him into the village, ਉਹਦੇ ਅੱਗੇ ਹੀ ਫਾਰਮਰ ਜਿਹੜਾ ਪਿੰਡ 'ਚ ਭੱਜ ਜਾਂਦਾ ਹੈ। And told the police, ਅਤੇ ਪੁਲਿਸ ਨੂੰ ਦੱਸਦਾ ਹੈ that the boy was a thief, ਕਿ ਮੁੰਡਾ ਇੱਕ ਚੋਰ ਸੀ। The magistrate sent out, ਜਿਹੜਾ ਮੈਜਿਸਟ੍ਰੇਟ ਸੀਗਾ, ਮੁਖੀ ਸੀਗਾ, ਉਹ send out the policeman, ਉਹਨੇ ਪੁਲਿਸਮੈਨ ਨੂੰ ਸੰਦੇਸ਼ਾ ਭੇਜਿਆ। ਐਂਡ ਦੇ ਸੂਨ caught the boy, ਅਤੇ ਛੇਤੀ ਹੀ ਉਹਨਾਂ ਨੇ ਮੁੰਡੇ ਨੂੰ ਫੜ ਲਿਆ। with the 1000 pieces of silver that the farmer said he had stolen, ਕਿ ਉਹ ਜਿਹੜਾ ਫਾਰਮਰ ਨੇ ਕਹੇ ਸਨ ਕਿ ਮੇਰੇ ਪੈਸੇ ਚੋਰੀ ਕੀਤੇ ਸਨ, ਉਹਨਾਂ ਦੇ ਨਾਲ stolen ਚੋਰੀ ਕੀਤੇ ਸਨ। in those days, ਉਹਨੇ ਦਿਨੀ, in Sicily ਦੇ ਵਿੱਚ, the punishment for the stealing was death। ਸੋ ਸਟੀਲਿੰਗ ਵਾਸਤੇ, ਚੋਰੀ ਵਾਸਤੇ ਜਿਹੜੀ ਪਨਿਸ਼ਮੈਂਟ ਸੀ ਉਹ ਮੌਤ ਦੀ ਸਜ਼ਾ ਸੀ। ਇਟ ਸੀਮਡ, ਇਉਂ ਜਾਪਦਾ ਸੀ, ਇਹ ਇੰਪੋਸੀਬਲ ਜਾਪਦਾ ਸੀ, ਅਸੰਭਵ ਜਾਪਦਾ ਸੀ, ਫॉर ਸੱਚ ਅ ਪੂਅਰ ਬॉय, ਇਹੋ ਜਿਹੇ ਗਰੀਬ ਬੰਦੇ ਵਾਸਤੇ, ਗਰੀਬ ਮੁੰਡੇ ਵਾਸਤੇ, ਟੂ ਹੈਵ ਸੱਚ ਅ ਲਾਰਜ ਅਮਾਊਂਟ ਆਫ ਮਨੀ। ਸੋ ਹੀ ਵਾਜ਼ ਸੈਂਟੈਂਸਡ ਟੂ ਬੀ ਹੈਂਗਡ ਐਟ ਵੰਸ। ਸੋ ਉਹਨੇ ਦਿਨ ਇਹ ਜਾਪਦਾ ਸੀਗਾ ਕਿ ਇਹਨੇ ਜਿਹੜਾ ਗਰੀਬ ਮੁੰਡੇ ਕੋਲ ਇੰਨੇ ਪੈਸੇ ਨਹੀਂ ਹੋ ਸਕਦੇ, ਲਾਰਜ ਸਮ ਆਫ ਮਨੀ। ਸੋ ਉਸੇ ਕਰਕੇ ਉਸ ਨੂੰ ਸਜ਼ਾ ਦਿੱਤੀ ਗਈ। ਸੈਂਟੈਂਸਡ ਮੀਨਸ ਸਜ਼ਾ ਦੇਣਾ, ਟੂ ਬੀ ਹੈਂਗਡ ਐਟ ਵੰਸ, ਉਸੇ ਵੇਲੇ ਜਿਹੜਾ ਉਹਨੂੰ ਹੈਂਗ ਦੀ, ਫਾਂਸੀ ਦੀ ਸਜ਼ਾ ਦਿੱਤੀ ਗਈ, ਲਮਕਾਉਣ ਦੀ ਸਜ਼ਾ ਦਿੱਤੀ ਗਈ। ਦ ਬॉय ਆਸਕ ਦਾ ਮੈਜਿਸਟ੍ਰੇਟ, ਸੋ ਮੈਜਿਸਟ੍ਰੇਟ ਨੂੰ ਮੁੰਡਾ ਪੁੱਛਦਾ ਹੈ ਟੂ ਲੈਟ ਹਿਮ ਪਲੇ ਦ ਵਾਇਲਨ ਬਿਫੋਰ ਹੀ ਵਾਜ਼ ਹੈਂਗਡ, ਕਹਿੰਦਾ ਕਿ ਮੈਨੂੰ ਇੱਕ ਵਾਰ ਪਲੇ ਕਰ ਲੈਣ ਦਿਓ, ਵਜਾ ਲੈਣ ਦਿਓ ਵਾਇਲਨ ਨੂੰ, ਬਿਫੋਰ ਹੈਂਗ, ਫਾਂਸੀ ਤੋਂ ਪਹਿਲਾਂ ਵਾਇਲਨ ਵਜਾ ਲੈਣ ਦਿਓ। ਦ ਕਾਇੰਡ ਮੈਜਿਸਟ੍ਰੇਟ, ਜਿਹੜਾ ਦਿਆਲੂ, ਕਾਇੰਡ ਮੀਨਸ ਦਿਆਲੂ, ਅਲਾਉਡ ਹਿਮ ਟੂ ਡੂ ਸੋ, ਸੋ ਉਸ ਨੂੰ ਆਗਿਆ ਦਿੰਦਾ ਹੈ ਟੂ ਡੂ ਸੋ, ਇਸ ਤਰ੍ਹਾਂ ਕਰਨ ਲਈ। ਦ ਫਾਰਮਰ ਕਰਾਈਡ ਆਊਟ ਇਨ ਅਲਾਰਮ, ਸੋ ਅਲਾਰਮ ਦੇ ਤੌਰ 'ਤੇ ਫਾਰਮਰ ਕਰਾਈ ਆਊਟ, ਰੌਲਾ ਪਾਉਂਦਾ ਹੈ। ਵੈਨ ਹੀ ਸੌ ਦਾ ਹੈਂਗਮੈਨ, ਜਦੋਂ ਵੇਂਦਾ ਹੈ ਕਿ ਜਲਾਦ ਜਿਹੜਾ ਗਿਵ ਦਾ ਵਾਇਲਨ ਬੈਕ ਟੂ ਦਾ ਬॉय, ਜਦੋਂ ਬॉय ਨੂੰ ਵਾਇਲਨ ਵਾਪਸ ਦੇ ਦਿੰਦਾ ਹੈ। ਐਂਡ ਸ਼ਾਊਟਡ ਟੂ ਦਾ ਮੈਜਿਸਟ੍ਰੇਟ, ਅਤੇ ਮੈਜਿਸਟ੍ਰੇਟ ਦੇ ਉੱਤੇ ਵੀ
ਸ਼ਾਊਟ ਕਰਦਾ ਹੈ, ਰੌਲਾ ਪਾਉਂਦਾ ਹੈ। ਹੀ ਮਸਟ ਨਾਟ ਪਲੇ ਓਹ ਡੋਂਟ ਲੈਟ ਹਿਮ ਪਲੇ। ਕਹਿੰਦਾ ਕਿ ਇਹਨੂੰ ਵਜਾਉਣਾ ਨਹੀਂ ਚਾਹੀਦਾ, ਉਹਨੂੰ ਵਜਾਵੇ ਨਾ ਉਹਨੂੰ ਵਜਾਓ ਨਾ ਦਿਓ ਉਸ ਨੂੰ। ਬਟ ਦਾ ਮੈਜਿਸਟ੍ਰੇਟ ਓਨਲੀ ਸਮਾਈਲਡ ਐਂਡ ਸੈਡ। ਪਰੰਤੂ ਜਿਹੜਾ ਮੈਜਿਸਟ੍ਰੇਟ ਸੀਗਾ ਉਹ ਕੇਵਲ ਹੱਸਿਆ ਅਤੇ ਉਹਨੇ ਕਹਿਣ ਲੱਗਾ ਇਟ ਕੈਨ ਡੂ ਨੋ ਹਾਰਮ। ਇਹਦੇ ਨਾਲ ਤੈਨੂੰ ਕੋਈ ਨੁਕਸਾਨ ਨਹੀਂ ਆ। ਇਟ ਕੈਨ ਡੂ ਨੋ ਹਾਰਮ, ਹਾਰਮ ਮੀਨ ਨੁਕਸਾਨ। ਲੈਟ ਦਾ ਪੂਅਰ ਲੈਡ ਮੁੰਡਾ, ਸੋ ਗਰੀਬ ਮੁੰਡੇ ਨੂੰ ਪਲੇ ਦਾ ਵਾਇਲਨ ਫॉर ਅ ਫਿਊ ਮਿੰਟਸ, ਕੁਝ ਮਿੰਟਾਂ ਲਈ ਇਸ ਨੂੰ ਵਾਇਲਨ ਵਜਾਉਣ ਦਿਓ। ਹੀ ਇਜ਼ ਟੂ ਯੰਗ ਟੂ ਡਾਈ, ਉਹ ਬਹੁਤ ਛੋਟਾ ਹੈ ਮਰਨ ਲਈ। ਸੋ ਦਾ ਬॉय ਬਿਗੈਨ ਟੂ ਪਲੇ ਦਾ ਵਾਇਲਨ, ਸੋ ਮੁੰਡੇ ਨੇ ਵਾਇਲਨ ਵਜਾਉਣੀ ਸ਼ੁਰੂ ਕਰ ਦਿੱਤੀ। ਐਟ ਵੰਸ, ਉਸੇ ਵੇਲੇ ਦਾ ਮੈਜਿਸਟ੍ਰੇਟ ਐਂਡ ਦਾ ਹੈਂਗਮੈਨ ਐਂਡ ਦਾ ਫਾਰਮਰ, all people who were gathered in the market place, ਜਿੰਨੇ ਬੰਦੇ ਸਨ, ਚਾਹੇ ਉਹ ਮੈਜਿਸਟ੍ਰੇਟ ਸੀ, ਹੈਂਗਮੈਨ ਸੀ, ਫਾਰਮਰ ਸੀ, ਤੇ all the people, ਸਾਰੇ ਲੋਕ ਜਿਹੜੇ who were gathered, ਜਿਹੜੇ ਇਕੱਠੇ ਹੋਏ ਸਨ in the market place ਵਿੱਚ ਜਿਹੜੇ ਵੀ ਬੰਦੇ ਇਕੱਠੇ ਹੋਏ ਸਨ, to see the poor boy, ਗਰੀਬ ਮੁੰਡੇ ਨੂੰ ਵੇਖਣ ਲਈ, being hanged, ਸੋ ਉਹਨੂੰ ਫਾਂਸੀ ਉਸਦੀ ਵੇਖਣ ਲਈ, began to dance, ਉਹਨਾਂ ਵੀ ਨੱਚਣਾ ਸ਼ੁਰੂ ਕਰ ਦਿੱਤਾ। they danced and danced while the boy played, ਜਦੋਂ ਮੁੰਡਾ ਵਜਾ ਰਿਹਾ ਸੀ ਸਾਰੇ ਨੱਚੀ ਜਾ ਰਹੇ ਸਨ। they could not stop dancing, ਉਹ ਨੱਚੇ ਬਿਨਾਂ ਰਹਿ ਨਾ ਸਕੇ। ਓਹ ਦਾ ਮੈਜਿਸਟ੍ਰੇਟ ਕਰਾਈਡ, ਮੈਜਿਸਟ੍ਰੇਟ ਰੌਲਾ ਪਾਉਂਦਾ, ਨੱਚਦਾ ਉਹ ਕਰੀ ਜਾਂਦਾ ਹੈ। ਆਈ ਕਾਂਟ ਗੋ ਔਨ, ਮੈਂ ਹੋਰ ਨਹੀਂ ਨੱਚ ਸਕਦਾ। ਬਟ ਹੀ ਹੈਡ ਟੂ ਡਾਂਸ, ਪਰ ਉਸ ਨੂੰ ਨੱਚਣਾ ਹੀ ਪਿਆ। ਬਿਕੋਜ਼ ਹੀ ਕੁਡ ਨਾਟ ਸਟਾਪ, ਕਿਉਂਕਿ ਉਹ ਰੋਕ ਨਹੀਂ ਸਕਦਾ ਸੀ। ਮੇਕ ਹਿਮ ਸਟਾਪ, ਉਹਨੂੰ ਰੋਕੋ। ਕਰਾਈਡ ਦਾ ਟਾਇਰਡ ਫਾਰਮਰ, ਥੱਕਿਆ ਹੋਇਆ ਫਾਰਮਰ ਜਿਹੜਾ ਉਹ ਵੀ ਚਿল্ਲਾਉਂਦਾ ਹੈ। ਮੇਕ ਹਿਮ ਸਟਾਪ। ਹੀ ਕੈਨ ਹੈਵ ਮਾਈ 1000 ਪੀਸਿਸ ਆਫ ਸਿਲਵਰ ਇਫ ਹੀ ਸਟਾਪਸ, ਜੇ ਉਹ ਰੁਕ ਜਾਂਦਾ ਹੈ ਤਾਂ ਉਹ ਮੇਰੇ ਜਿਹੜੇ 1000 ਚਾਂਦੀ ਦੇ ਸਿੱਕੇ ਆ ਉਹ ਵੀ ਲੈ ਸਕਦਾ ਹੈ। ਆਈ ਸ਼ੈਲ ਡਾਈ, ਮੈਂ ਮਰ ਜਾਵਾਂਗਾ। ਕਰਾਈਡ ਦਾ ਹੈਂਗਮੈਨ ਵੀ ਜਿਹੜਾ ਉਹ ਰੌਲਾ ਪਾਉਂਦਾ ਹੈ ਕਿ ਮੈਂ ਮਰ ਜਾਵਾਂਗਾ। ਆਈ ਕੈਨ ਡਾਂਸ ਨੋ ਮੋਰ, ਮੈਂ ਹੋਰ ਨਹੀਂ ਨੱਚ ਸਕਦਾ। ਮੇਕ ਹਿਮ ਸਟਾਪ, ਰੋਕੋ ਇਸ ਨੂੰ। ਬਟ ਦਾ ਬॉय ਪਲੇਡ ਔਨ, ਮੁੰਡਾ ਜਿਹੜਾ ਉਹ ਵਜਾਈ ਜਾਂਦਾ ਹੈ ਵਾਇਲਨ। ਦਾ ਮੈਜਿਸਟ੍ਰੇਟ ਐਂਡ ਦਾ ਹੈਂਗਮੈਨ ਐਂਡ ਦਾ ਫਾਰਮਰ ਲੁਕਡ ਲਾਈਕ ਡੈਡ ਪੀਪਲ ਡਾਂਸਿੰਗ, ਫॉर they had no strength left in them, but they could not stop। ਕਹਿੰਦੇ ਕਿ ਹੈਂਗਮੈਨ ਤੇ ਫਾਰਮਰ ਜਿਹੜਾ ਉਹ ਲੁਕਡ ਲਾਈਕ, ਇਉਂ ਜਾਪਦਾ ਸੀ ਜਿਵੇਂ ਮਰੇ ਬੰਦੇ ਜਿਹੜੇ ਨੱਚ ਰਹੇ ਹੋਣ। for they had no strength, ਕਿਉਂਕਿ ਉਹਨਾਂ ਦੇ ਕੋਲੇ ਤਾਕਤ ਨਹੀਂ ਰਹੀ ਸੀ ਲੈਫਟ ਰਹਿਣਾ। but they could not stop, ਪਰੰਤੂ ਉਹ ਰੋਕ ਨਹੀਂ ਸਕਦੇ ਸਨ। at last the magistrate cried, ਮੈਜਿਸਟ੍ਰੇਟ ਜਿਹੜਾ ਅਖੀਰ ਦੇ ਵਿੱਚ ਕਹਿੰਦਾ ਹੈ stop boy stop, you shall go free, ਮੈਂ ਤਾਂ ਕਹਿੰਦੇ ਤੈਨੂੰ ਜਿਹੜਾ ਛੱਡ ਦਿੱਤਾ ਜਾਊਗਾ। the farmer gives you the 1000 pieces of silver and I give you freedom, ਫਾਰਮਰ ਤੈਨੂੰ 1000 ਚਾਂਦੀ ਦੇ ਟੁਕੜੇ ਦੇਵੇਗਾ ਤੇ ਮੈਂ ਤੁਹਾਨੂੰ ਆਜ਼ਾਦੀ ਦੇਵਾਂਗਾ। very well said the boy, ਮੁੰਡਾ ਕਹਿੰਦਾ ਬਹੁਤ ਠੀਕ ਹੈ। tell the hangman to fetch me a gun, my gun and silver pieces, I will stop। ਕਹਿੰਦਾ ਕਿ ਹੈਂਗਮੈਨ ਨੂੰ ਕਹੋ ਕਿ ਮੇਰਾ ਗਨ ਤੇ ਮੇਰਾ ਜਿਹੜਾ ਸਿਲਵਰ ਪੀਸਿਸ ਆ ਉਹ ਲਿਆ ਦੇ, ਫਿਰ ਮੈਂ ਰੁਕਾਂਗਾ। ਸੋ ਦਾ ਹੈਂਗਮੈਨ ਡੈਂਸਡ ਅਵੇ ਟੂ ਦਾ ਕੋਰਟ, ਸੋ ਜਿਹੜਾ ਹੈਂਗਮੈਨ ਸੀਗਾ ਜਲਾਲ ਜਿਹੜਾ ਨੱਚਦਾ ਹੋਇਆ ਕੋਰਟ ਚੋਂ ਗਿਆ ਹਾਊਸ, ਘਰ ਦੇ ਵਿੱਚ। ਵੇਅਰ ਦਾ ਸਿਲਵਰ ਐਂਡ ਦਾ ਗਨ ਵਰ ਕੈਪਟ ਰੱਖੇ ਹੋਣਾ, ਸੋ ਜਿੱਥੇ ਗਨ ਤੇ ਸਿਲਵਰ ਦੇ ਪੀਸਿਸ ਰੱਖੇ ਸੀ ਉਹ ਨੱਚਦਾ ਉੱਥੇ ਗਿਆ। ਹੀ ਰਿਟਰਨਡ, ਉਹ ਵਾਪਸ ਆਇਆ ਵਿਦ ਦਾ ਬॉयਜ਼ ਥਿੰਗਸ ਇਨ ਹਿਜ਼ ਹੈਂਡਸ, ਸੋ ਆਪਣੇ ਹੱਥਾਂ ਦੇ ਵਿੱਚ ਉਸਦੇ ਮੁੰਡੇ ਦੀਆਂ ਚੀਜ਼ਾਂ ਸਨ। ਦਾ ਬॉय ਸੈਡ, ਮੁੰਡੇ ਨੇ ਕਿਹਾ ਟਾਈ ਦਾ ਗਨ ਟੂ ਮਾਈ ਬੈਲਟ, ਸੋ ਟਾਈ ਮੀਨਸ ਬੰਨਣਾ, ਸੋ ਬੰਨ੍ਹ ਦਿਓ ਗਨ ਮੇਰੀ ਬੈਲਟ ਦੇ ਨਾਲ। ਐਂਡ ਪੁੱਟ ਦਾ ਮਨੀ ਇਨ ਮਾਈ ਪੋਕਿਟਸ ਬਿਕੋਜ਼ ਆਈ ਟਰਸਟ ਨੋ ਵਨ ਐਨੀ ਮੋਰ, ਕਹਿੰਦਾ ਕਿ ਪੈਸੇ ਮੇਰੀ ਜੇਬ 'ਚ ਪਾ ਦਿਓ ਕਿਉਂਕਿ ਮੈਂ ਜਿਹੜਾ ਕਿਸੇ 'ਤੇ ਵੀ ਟਰਸਟ ਨਹੀਂ ਕਰਦਾ, ਮੈਂ ਵਿਸ਼ਵਾਸ ਨਹੀਂ ਕਰਦਾ ਹੁਣ। I shall not stop playing until I have that which is my own, ਕਹਿੰਦਾ ਉਹਨਾਂ ਚਿਰ ਨਹੀਂ ਮੈਂ ਰੁਕੂੰਗਾ ਜਿੰਨਾ ਚਿਰ ਤੱਕ ਜਿਹੜਾ ਮੈਂ ਚੀਜ਼ਾਂ ਲੈ ਨਹੀਂ ਸਕਦਾ ਜਿਹੜੀਆਂ which is my own, ਜਿਹੜੀਆਂ ਮੇਰੀਆਂ ਆਪ ਦੀਆਂ। I am too far away from you to catch me again, ਤੇ ਜਿੰਨਾ ਜਿਹੜਾ ਮੈਂ far away ਦੂਰ ਨਹੀਂ ਚਲਾ ਜਾਂਦਾ from you ਤੁਹਾਡੇ ਤੋਂ, to catch me again ਵੀ ਮੈਂ ਪਕੜਿਆ ਨਾ ਜਾ ਸਕਾਂ, ਮੈਂ ਉਹਨਾਂ ਦੂਰ ਚਲ ਜਾਂ। when the gun was tied, ਜਦੋਂ ਗਨ ਜਿਹੜੀ ਉਹ ਬੰਨ੍ਹ ਦਿੱਤੀ ਗਈ to his belt,
उसकी बेल्ट नाल एंड द मनी वॉज इन हिज पॉकेट्स मनी उसके पॉकेट दे विच सी ही बिगैन टू वॉक अवे तुरन लग पिया बट ही स्टिल प्लेड ऑन वायलिन बिकॉज ही वुड नॉट ट्रस्ट दैम पर फिर भी वो जिहड़ा वायलिन वजाई जा रहा सी क्योंकि उन्हां ते ट्रस्ट नहीं कर सकदा सी The farmer and the magistrate and the hangman kept on dancing in the marketplace until the sound of the violin had died in the distance. Distance दूर जिन्ना चਿਰ दूर वायलिन की आवाज़ मर नहीं गई ख़त्म नहीं हो गई उन्ना चਿਰ तक वो सारे नचते रहे मैजिस्ट्रेट हैंगमैन ते फार्मर Then they fell on the ground फिर वो ग्राउंड ते डिग पे because क्योंकि they all were very tired क्योंकि बड़े थक गए सन But the boy went on to find his fortune with his violin under his arm, his gun on his back, and the 1,000 pieces of silver in his pocket. So मुंडा जिहड़ा ਉਹ ਆਪਣੀ ਕਿਸਮਤ ਲੱਭਣ ਲਈ ਗਾਂ ਤੁਰ ਪਿਆ with his violin under his arm ਆਪਣੀ ਬਾਂਹ ਦੇ ਥੱਲੇ ਉਸਦੀ ਵਾਇਲਨ ਸੀ ਤੇ ਗਨ ਜਿਹੜੀ ਸੀਗੀ on his back ਉਹ ਉਹਦੇ ਪਿੱਠ ਤੇ ਸੀ and the 1,000 pieces of silver in his pockets ਤੇ 1000 ਟੁਕੜੇ ਸਿਲਵਰ ਦੇ ਉਸਦੀ ਜੇਬ ਵਿੱਚ ਸਨ ਸੋ ਪਿਆਰੇ ਬੱਚਿਓ ਇਹ ਸੀਗਾ ਅੱਜ ਦਾ ਲੈਸਨ ਸੋ ਇਹਦੇ ਵਿੱਚ ਬਹੁਤ ਸਾਰੀ ਵੋਕੈਬਲਰੀ ਤੁਸੀਂ ਨੋਟ ਕਰਨੀ ਹੈ ਤੇ ਯਾਦ ਕਰਨੀ ਸੋ ਇਹ ਤੁਹਾਡੇ ਅੱਗੇ ਫਰਦਰ ਫਿਊਚਰ ਵਿੱਚ ਇੰਗਲਿਸ਼ ਜਿਹੜੀ ਬਹੁਤ ਕੰਮ ਆਏਗੀ ਤੇ ਅਗਲੀ ਵੀਡੀਓ ਨਾਲ ਹੀ ਆਪਾਂ ਜਿਹੜੀ ਉਹ ਇਹਦੇ ਬੈਕ ਐਕਸਰਸਾਈਜ਼ ਕਰਾਂਗੇ ਇਸ ਦੇ ਕੁਐਸਚਨ ਆਨਸਰਸ ਕਰਾਂਗੇ ਸੋ ਨੈਕਸਟ ਵੀਡੀਓ ਵੀ ਤੁਸੀਂ ਵੇਖਣਾ ਇਹ ਕੁਐਸਚਨ ਆਨਸਰ ਅਸੀਂ ਉਸ ਵਿੱਚ डिस्कस करांगे जेकर तुहानू ये वीडियो चंगी लगी है तो लाइक शेयर कमेंट जरूर करना थैंक यू।